दोस्तों पौलुस तिमोथियस ਨੂੰ ਪਹਿਲੀ ਪੱਤਰੀ 4 ਅਧਿਆਇ ਉਸ ਦੀ 16 ਆਇਤ ਵਿੱਚ ਸਲਾਹ ਦਿੰਦਾ ਹੈ। ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ। ਇਹਨਾਂ ਗੱਲਾਂ ਉੱਤੇ ਪੱਕਿਆ ਰਹਿ, ਕਿਉਂ ਜੋ ਤੂੰ ਇਹ ਕਰਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ। ਜਿਸ ਸਮੇਂ ਪੌਲੁਸ ਨੇ ਤਿਮੋਥੀਅਸ ਨੂੰ ਇਹ ਪੱਤਰ ਲਿਖਿਆ, ਉਹ ਇਸ ਸਮੇਂ ਅਫਸੁਸ ਵਿੱਚ ਪਾਸਵਾਨ ਵਜੋਂ ਸੇਵਾ ਕਰ ਰਿਹਾ ਸੀ। ਪੌਲੁਸ ਰੋਮ ਵਿੱਚ 2 ਸਾਲ ਘਰ ਵਿੱਚ ਕੈਦ ਕੱਟਣ ਤੋਂ ਬਾਅਦ ਜਦੋਂ ਰਿਹਾ ਹੋਇਆ ਤਾਂ ਉਹ ਤਿਮੋਥੀਅਸ ਨੂੰ ਨਾਲ ਲੈ ਕੇ ਅਫਸੁਸ ਵਿੱਚ ਆਇਆ। ਤਾਂ ਇੱਥੇ ਤਿਮੋਥੀਅਸ ਨੂੰ ਕਲੀਸਿਆ ਦਾ ਪਾਸਵਾਨ ਨਿਯੁਕਤ ਕਰਕੇ ਖੁਦ ਮਕਦੂਨੀਆ ਨੂੰ ਚਲੇ ਗਿਆ ਸੀ। ਜਦੋਂ ਉਸ ਨੂੰ ਵਾਪਸ ਆਉਣ ਵਿੱਚ ਦੇਰੀ ਹੋਈ ਤਾਂ ਉਹ ਤਿਮੋਥੀਅਸ ਨੂੰ ਸਿੱਖਿਆ ਦੇਣ ਅਤੇ ਉਤਸ਼ਾਹਿਤ ਕਰਨ ਲਈ ਇਹ ਪੱਤਰੀ ਲਿਖਦਾ ਹੈ। ਮੰਨਿਆ ਜਾਂਦਾ ਹੈ ਕਿ ਜਿਸ ਸਮੇਂ ਪੌਲੁਸ ਨੇ ਤਿਮੋਥੀਅਸ ਨੂੰ ਇਹ ਪੱਤਰ ਲਿਖਿਆ, ਤਿਮੋਥੀਅਸ ਦੀ ਉਮਰ ਲਗਭਗ 30 ਸਾਲ ਦੀ ਸੀ। ਇਸ ਜਵਾਨ ਪਾਸਵਾਨ ਨੂੰ ਪੌਲੁਸ ਕੁਝ ਖਾਸ ਨਿਰਦੇਸ਼ ਦਿੰਦਾ ਹੈ। 4 ਅਧਿਆਇ ਦੀ ਪਹਿਲੀ ਆਇਤ ਵਿੱਚ ਹੀ ਉਹ ਆਖਦਾ ਹੈ ਕਿ ਆਉਣ ਵਾਲਿਆਂ ਸਮਿਆਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆਵਾਂ ਵੱਲ ਚਿੱਤ ਲਾ ਕੇ ਨੇਚਾ ਤੋਂ ਫਿਰ ਜਾਣਗੇ। ਪਿਆਰਿਓ, ਜਿਹੜੇ ਸਮੇਂ ਵਿੱਚ ਅੱਜ ਅਸੀਂ ਜੀਵਨ ਬਿਤਾ ਰਹੇ ਹਾਂ, ਇਸ ਚੇਤਾਵਨੀ ਤੇ ਗੌਰ ਕਰਨਾ ਸਾਡੇ ਲਈ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ। ਅੱਜ ਤਰ੍ਹਾਂ ਦੀ ਸਿੱਖਿਆ ਸਾਡੇ ਆਲੇ ਦੁਆਲੇ ਹੈ ਅਤੇ ਸੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ ਮੋਬਾਈਲ ਉੱਤੇ ਸਿਰਫ ਕੁਝ ਬਟਨ ਦਬਾ ਕੇ ਅਸੀਂ ਕਿਸੇ ਵੀ ਵਿਸ਼ੇ ਤੇ ਸੰਦੇਸ਼ ਨੂੰ ਪੜ੍ਹ ਜਾਂ ਸੁਣ ਸਕਦੇ ਹਾਂ। ਅੱਜ ਦੇ ਇਸ ਦੌਰ ਵਿੱਚ ਸਾਡੇ ਲਈ ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰਨਾ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ। ਜਿੰਨਾ ਜ਼ਰੂਰੀ ਸਾਡੇ ਲਈ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਹੈ, ਉਸ ਤੋਂ ਵੀ ਵੱਧ ਸਾਨੂੰ ਆਤਮਿਕ ਤੌਰ ਤੇ ਸਿਹਤਮੰਦ ਰਹਿਣਾ ਜ਼ਰੂਰੀ ਹੈ। ਜੇਕਰ ਅਸੀਂ 4 ਅਧਿਆਇ ਉਸ ਦੀ 11 ਤੋਂ 16 ਆਇਤਾਂ ਨੂੰ ਪੜ੍ਹੀਏ ਤਾਂ ਅਸੀਂ ਸਿੱਖਾਂਗੇ ਕਿ ਕਿਵੇਂ ਅਸੀਂ ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰਨੀ ਹੈ। ਅਸੀਂ ਅਜਿਹੀਆਂ 5 ਗੱਲਾਂ ਨੂੰ ਵੇਖਾਂਗੇ ਜਿਨ੍ਹਾਂ ਨਾਲ ਅਸੀਂ ਆਪਣੇ ਆਪ ਦੀ ਰਾਖੀ ਕਰ ਸਕਦੇ ਹਾਂ ਅਤੇ ਅਜਿਹੀਆਂ ਕੁਝ ਗੱਲਾਂ ਨੂੰ ਵੇਖਾਂਗੇ ਜਿਨ੍ਹਾਂ ਰਾਹੀਂ ਅਸੀਂ ਆਪਣੀ ਸਿੱਖਿਆ ਦੀ ਰਾਖੀ ਕਰ ਸਕਦੇ ਹਾਂ। ਜੇਕਰ ਤੁਸੀਂ ਪਾਸਵਾਨ ਹੋ ਤਾਂ ਇਹ ਗੱਲਾਂ ਤੁਹਾਡੇ ਲਈ ਵੀ ਬਹੁਤ ਮਹੱਤਵ ਰੱਖਦੀਆਂ ਹਨ। ਕਿਸੇ ਵੀ ਪਾਸਵਾਨ ਲਈ ਇਹ ਜ਼ਰੂਰੀ ਹੈ ਕਿ ਉਹ ਕਿਸੇ ਵੀ ਹੋਰ ਵਿਅਕਤੀ ਦੀ ਨਕਲ ਕਰਨ ਦੀ ਬਜਾਏ ਬਾਈਬਲ ਵਿੱਚ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਗੱਲਾਂ ਤੇ ਚਿੱਤ ਲਾਵੇ ਅਤੇ ਉਹਨਾਂ ਦੀ ਹੀ ਆਪਣੇ ਜੀਵਨ ਵਿੱਚ ਪਾਲਣਾ ਕਰਨ ਦਾ ਯਤਨ ਕਰੇ। ਆਓ ਅਸੀਂ 4 ਅਧਿਆਇ ਦੀ 12 ਆਇਤ ਤੋਂ ਕੁਝ ਗੱਲਾਂ ਤੇ ਗੌਰ ਕਰੀਏ। ਪੌਲੁਸ ਤਿਮੋਥੀਅਸ ਨੂੰ ਲਿਖਦਾ ਹੈ, ਕੋਈ ਤੇਰੀ ਜਵਾਨੀ ਨੂੰ ਤੁੱਛ ਨਾ ਜਾਣੇ, ਸਗੋਂ ਤੂੰ ਨੇਚਾਵਾਨਾਂ ਲਈ ਬਚਨ ਵਿੱਚ, ਚਾਲ ਚਲਨ ਵਿੱਚ, ਪ੍ਰੇਮ ਵਿੱਚ, ਨੇਚਾ ਵਿੱਚ, ਪਵਿੱਤਰਤਾਈ ਵਿੱਚ ਨਮੂਨਾ ਬਣੀ। ਤਿਮੋਥੀਅਸ ਨੂੰ ਕੁਝ ਗੱਲਾਂ ਵਿੱਚ ਵਿਸ਼ਵਾਸੀਆਂ ਲਈ ਨਮੂਨਾ ਬਣਨ ਦਾ ਸੰਦੇਸ਼ ਦਿੱਤਾ ਗਿਆ ਸੀ ਅਤੇ ਉਸ ਨੇ ਆਪਣਾ ਧਿਆਨ ਰੱਖਣਾ ਸੀ ਕਿ ਉਹ ਇਹਨਾਂ ਗੱਲਾਂ ਵਿੱਚ ਖਰਾ ਉਤਰੇ। ਆਓ ਅਸੀਂ ਇੱਕ ਇੱਕ ਕਰਕੇ ਇਹਨਾਂ ਤੇ ਗੌਰ ਕਰੀਏ। ਨੰਬਰ 1, ਬਚਨ ਵਿੱਚ। ਇੱਥੇ ਵਰਤਿਆ ਗਿਆ ਸ਼ਬਦ ਬਚਨ ਵਿੱਚ ਤਿਮੋਥੀਅਸ ਦੀ ਬੋਲੀ ਨਾਲ ਸੰਬੰਧਿਤ ਸੀ। ਪ੍ਰਭੂ ਯਿਸੂ ਨੇ ਇੱਕ ਵਾਰ ਮੱਤੀ 15 ਅਧਿਆਇ ਉਸ ਦੀ 11 ਆਇਤ ਵਿੱਚ ਆਖਿਆ ਸੀ ਕਿ ਜੋ ਕੁਝ ਮੂੰਹੋਂ ਨਿਕਲਦਾ ਸੋਈ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ। ਪੌਲੁਸ ਤਿਮੋਥੀਅਸ ਨੂੰ ਆਪਣੀ ਬੋਲਚਾਲ ਵਿੱਚ ਨਮੂਨਾ ਬਣਨ ਲਈ ਆਖਦਾ ਹੈ। 5 ਅਧਿਆਇ ਦੀ ਪਹਿਲੀ ਅਤੇ ਦੂਸਰੀ ਆਇਤ ਵਿੱਚ ਉਹ ਇਸ ਨੂੰ ਵਿਸਤਾਰ ਨਾਲ ਦੱਸਦਾ ਹੈ। ਕਿਸੇ ਬਜ਼ੁਰਗ ਨੂੰ ਨਾ ਝਿੜਕੀ, ਸਗੋਂ ਉਸ ਨੂੰ ਪਿਤਾ ਵਾਂਗਰ ਸਮਝਾਵੀਂ ਅਤੇ ਜਵਾਨਾਂ ਨੂੰ ਭਰਾਵਾਂ ਵਾਂਗਰ ਅਤੇ ਬੁੱਢੀਆਂ ਨੂੰ ਮਾਤਾ ਵਾਂਗਰ ਅਤੇ ਮੁਟਿਆਰਾਂ ਨੂੰ ਅਤ ਪਵਿੱਤਰਤਾਈ ਨਾਲ ਭੈਣਾਂ ਵਾਂਗਰ ਸਮਝਾਈ। ਦੋਸਤੋ, ਖੁਦ ਦੀ ਰਾਖੀ ਵਿੱਚ ਸਭ ਤੋਂ ਪਹਿਲਾਂ ਸਾਡੇ ਬੋਲਚਾਲ ਦੇ ਸ਼ਬਦਾਂ ਤੇ ਧਿਆਨ ਦੇਣਾ ਜ਼ਰੂਰੀ ਹੈ। ਸੇਵਕ ਹੁੰਦੇ ਹੋਏ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਮੂੰਹ ਦੀ ਰਾਖੀ ਕਰੀਏ ਤੇ ਸਿਰਫ ਉੱਨਤੀ, ਤਰੱਕੀ ਅਤੇ ਦੂਜਿਆਂ ਦੀ ਬਿਹਤਰੀ ਲਈ ਹੀ ਆਪਣੇ ਸ਼ਬਦਾਂ ਦੀ ਵਰਤੋਂ ਕਰੀਏ। ਨੰਬਰ 2, ਚਾਲ ਚਲਨ ਵਿੱਚ। ਦੋਸਤੋ, ਕਿਸੇ ਵੀ ਮਸੀਹੀ ਦਾ ਚਾਲ ਚਲਨ ਉਸਦੇ ਜੀਵਨ ਦੀ ਗਵਾਹੀ ਹੁੰਦਾ ਹੈ। ਸੇਵਕ ਦੇ ਲਈ ਆਪਣੇ ਆਤਮਿਕ ਜੀਵਨ ਦੀ ਰਾਖੀ ਲਈ ਆਪਣਾ ਚਾਲ ਚਲਨ ਸਹੀ ਰੱਖਣਾ ਅਤ ਜ਼ਰੂਰੀ ਹੁੰਦਾ ਹੈ। ਕਈ ਸੇਵਕ ਸਿਰਫ ਆਪਣੇ ਚਾਲ ਚਲਨ ਕਰਕੇ ਹੀ ਆਪਣੇ ਘਰਾਂ ਅਤੇ ਸੇਵਾ ਨੂੰ ਬਰਬਾਦ ਕਰ ਬੈਠੇ ਹਨ। ਜਦੋਂ ਵਚਨ ਵਿੱਚ ਦਿੱਤੇ ਮਾਪਦੰਡਾਂ ਅਨੁਸਾਰ ਜੀਵਨ ਦੀ ਚਾਲ ਨੂੰ ਨਹੀਂ ਰੱਖਿਆ ਜਾਂਦਾ ਤਾਂ ਫਿਰ ਸ਼ੈਤਾਨ ਲਈ ਵਿਅਕਤੀ ਨੂੰ ਫਸਲਾਉਣਾ ਅਤੇ ਉਸ ਦੀ ਮੰਜ਼ਿਲ ਤੋਂ ਪਰੇ ਲੈ ਜਾਣਾ ਉਸ ਵਾਸਤੇ ਬਹੁਤ ਸੌਖਾ ਹੁੰਦਾ ਹੈ। ਪੌਲੁਸ ਪਹਿਲਾ ਕੁਰਿੰਥੀਆਂ 9 ਅਧਿਆਇ ਉਸ ਦੀ 27 ਆਇਤ ਵਿੱਚ ਆਪਣੀ ਗਵਾਹੀ ਦਿੰਦਾ ਹੈ ਅਤੇ ਉਹ ਆਖਦਾ ਹੈ, ਮੈਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਸ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ, ਭਈ ਇਉਂ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰਕੇ ਆਪ ਅਪਰਵਾਨ ਹੋ ਜਾਵਾਂ। ਚਾਲ ਚਲਨ ਸਹੀ ਰੱਖਣ ਲਈ ਸਰੀਰ ਦੀਆਂ ਕਾਮਨਾਵਾਂ ਤੇ ਜਿੱਤ ਪਾਉਣਾ ਬਹੁਤ ਜ਼ਰੂਰੀ ਹੈ। ਪੌਲੁਸ ਫਿਲਿੱਪੀਆਂ ਨੂੰ ਲਿਖੀ ਆਪਣੀ ਪੱਤਰੀ ਵਿੱਚ ਉਸ ਦੇ 2 ਅਧਿਆਇ ਉਸ ਦੀ 15 ਆਇਤ ਵਿੱਚ ਸਲਾਹ ਦਿੰਦਾ ਹੈ, ਭਈ ਤੁਸੀਂ ਨਿਰਦੋਸ਼ ਅਤੇ ਸਿੱਧੇ ਸਾਦੇ ਹੋ ਕੇ ਵਿੰਗੀ ਟੇਢੀ ਪੀੜ੍ਹੀ ਵਿੱਚ ਪਰਮੇਸ਼ਵਰ ਦੇ ਨਿਰਮਲ ਬਾਲਕ ਬਣੇ ਰਹੋ। ਇੱਥੇ ਪੌਲੁਸ ਵਿੰਗੀ ਟੇਢੀ ਪੀੜ੍ਹੀ ਵਿੱਚ ਪਰਮੇਸ਼ਵਰ ਦੇ ਨਿਰਮਲ ਬਾਲਕ ਬਣਨ ਦੀ ਸਲਾਹ ਦਿੰਦਾ ਹੈ ਅਤੇ ਇਹ ਆਪਣੇ ਚਾਲ ਚਲਨ ਦੀ ਰਾਖੀ ਕਰਨ ਦੁਆਰਾ ਹੀ ਹੋ ਸਕਦਾ ਹੈ। ਸੇਵਕ ਦਾ ਆਪਣੇ ਚਾਲ ਚਲਨ ਨੂੰ ਸ਼ੁੱਧ ਰੱਖਣਾ ਆਪਣੀ ਖੁਦ ਦੀ ਰਾਖੀ ਕਰਨਾ ਹੈ। ਨੰਬਰ 3, ਪ੍ਰੇਮ ਵਿੱਚ। ਪ੍ਰੇਮ ਗਲਾਤੀਆਂ 5 ਅਧਿਆਇ ਉਸ ਦੀ 22 ਆਇਤ ਵਿੱਚ ਆਤਮਾ ਦਾ ਫਲ ਕਰਕੇ ਵਰਣਨ ਕੀਤਾ ਗਿਆ ਹੈ। ਪਹਿਲਾ ਕੁਰਿੰਥੀਆਂ 13 ਵਿੱਚ ਪੌਲੁਸ ਪ੍ਰੇਮ ਦੀ ਮਹੱਤਤਾ ਵਿਸਤਾਰ ਨਾਲ ਦੱਸਦਾ ਹੈ ਅਤੇ ਅਧਿਆਇ ਦੇ ਅੰਤ ਵਿੱਚ ਉਹ ਪ੍ਰੇਮ ਨੂੰ ਨੇਚਾ ਅਤੇ ਆਸ਼ਾ ਤੋਂ ਵੀ ਉੱਤਮ ਦੱਸਦਾ ਹੈ। ਪ੍ਰਭੂ ਦੇ ਪਿਆਰਿਓ, ਲੋਕਾਂ ਪ੍ਰਤੀ ਪਿਆਰ ਹੀ ਤੁਹਾਡੇ ਅੰਦਰ ਪ੍ਰਭੂ ਯਿਸੂ ਅਤੇ ਪਵਿੱਤਰ ਆਤਮਾ ਦੇ ਹੋਣ ਦਾ ਸਬੂਤ ਹੈ।
ਆਪਣੇ ਆਪ ਨੂੰ ਸਦਾ ਪ੍ਰੇਮ ਵਿੱਚ ਰੱਖਣਾ ਸਾਡੀ ਆਤਮਿਕ ਸਿਹਤ ਦੀ ਰਾਖੀ ਕਰਦਾ ਹੈ। ਯਹੂਨਾ ਤਾਂ ਇੱਥੋਂ ਤੱਕ ਆਖਦਾ ਹੈ ਕਿ ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ਵਰ ਨੂੰ ਜਾਣਦਾ ਹੀ ਨਹੀਂ। ਤੁਸੀਂ ਪਹਿਲਾ ਯਹੂਨਾ 4 ਅਧਿਆਇ ਉਸ ਦੀ 8 ਆਇਤ ਵਿੱਚ ਪੜ੍ਹ ਸਕਦੇ ਹੋ। ਲੋਕਾਂ ਦਾ ਸਾਡੇ ਨਾਲ ਬੁਰਾ ਵਿਹਾਰ ਜਾਂ ਸਾਨੂੰ ਧੋਖਾ ਦੇਣਾ ਕਦੇ ਵੀ ਸਾਡੇ ਅੰਦਰੋਂ ਪਰਮੇਸ਼ਵਰ ਦੇ ਪਿਆਰ ਨੂੰ ਖਤਮ ਨਾ ਕਰੇ। ਯਿਸੂ ਇਸ ਦੀ ਉੱਤਮ ਉਦਾਹਰਣ ਹੈ। ਪਤਰਸ ਦੇ ਇਨਕਾਰ ਅਤੇ ਚੇਲਿਆਂ ਦੇ ਉਸ ਨੂੰ ਛੱਡ ਜਾਣ ਤੋਂ ਬਾਅਦ ਵੀ ਉਸ ਦਾ ਪਿਆਰ ਉਹਨਾਂ ਲਈ ਖਤਮ ਨਹੀਂ ਹੋਇਆ ਸੀ। ਸੇਵਕ ਹੁੰਦੇ ਹੋਏ ਸਾਨੂੰ ਖੁਦ ਤੇ ਧਿਆਨ ਦੇਣਾ ਹੈ ਕਿ ਜਦੋਂ ਲੋਕ ਸਾਡੇ ਨਾਲ ਬੁਰਾ ਵਿਹਾਰ ਕਰਦੇ ਹਨ ਤਾਂ ਸਾਡੇ ਅੰਦਰੋਂ ਕਦੇ ਵੀ ਪਰਮੇਸ਼ਵਰ ਦਾ ਪਿਆਰ ਖਤਮ ਨਾ ਹੋਵੇ। ਨੰਬਰ 4, ਨੇਚਾ ਵਿੱਚ। ਦੋਸਤੋ, ਜਿਹੜੇ ਸਮੇਂ ਦੇ ਵਿੱਚੋਂ ਦੀ ਅਸੀਂ ਲੰਘ ਰਹੇ ਹਾਂ, ਡਰ, ਸ਼ੱਕ, ਘਬਰਾਹਟ ਅਤੇ ਨਿਰਾਸ਼ਾ ਦੇ ਵਿਚਾਰ ਹਰ ਰੋਜ਼ ਸਾਡੇ ਉੱਤੇ ਹਮਲਾ ਕਰਨਾ ਚਾਹੁੰਦੇ ਹਨ ਅਤੇ ਸਾਨੂੰ ਰੋਗੀ ਬਣਾਉਣਾ ਚਾਹੁੰਦੇ ਹਨ। ਪਰ ਜਦੋਂ ਅਸੀਂ ਪਰਮੇਸ਼ਵਰ ਉੱਤੇ ਆਪਣੀ ਨੇਚਾ ਬਣਾਈ ਰੱਖਦੇ ਹਾਂ ਤਾਂ ਇਹ ਨੇਚਾ ਅਜਿਹੇ ਵਿਚਾਰਾਂ ਨੂੰ ਨਾਸ਼ ਕਰਦੀ ਅਤੇ ਸਾਨੂੰ ਹੌਸਲਾ, ਹਿੰਮਤ ਦਿੰਦੀ ਅਤੇ ਪਰਮੇਸ਼ਵਰ ਵਿੱਚ ਸਾਡੇ ਭਰੋਸੇ ਨੂੰ ਵਧਾਉਂਦੀ ਹੈ। ਇੱਕ ਵਾਰ ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਘੱਟ ਪ੍ਰਤੀਤ ਲਈ ਝਿੜਕਿਆ ਸੀ। ਦੋਸਤੋ, ਜਦੋਂ ਵੀ ਡਰ, ਚਿੰਤਾ ਅਤੇ ਨਿਰਾਸ਼ਾ ਦੇ ਵਿਚਾਰ ਤੁਹਾਡੇ ਤੇ ਹਮਲਾ ਕਰਦੇ ਹਨ ਤਾਂ ਸਾਨੂੰ ਇਹ ਧਿਆਨ ਦੇਣਾ ਹੈ ਕਿ ਅਸੀਂ ਆਪਣੀ ਨੇਚਾ ਦੀ ਰਾਖੀ ਕਰੀਏ ਤੇ ਇਸ ਨੂੰ ਘੱਟ ਨਾ ਹੋਣ ਦਈਏ, ਸਗੋਂ ਹੋਰ ਵੀ ਜ਼ਿਆਦਾ ਪਰਮੇਸ਼ਵਰ ਉੱਤੇ ਆਪਣੇ ਵਿਸ਼ਵਾਸ ਨੂੰ ਪੱਕਿਆਂ ਕਰੀਏ ਅਤੇ ਵਿਸ਼ਵਾਸੀਆਂ ਲਈ ਨਮੂਨਾ ਬਣੀਏ। ਨੰਬਰ 5, ਪਵਿੱਤਰਤਾਈ ਵਿੱਚ। ਪਵਿੱਤਰਤਾਈ ਆਪਣੇ ਆਪ ਨੂੰ ਪਵਿੱਤਰ ਬਣਾਈ ਰੱਖਣ ਵਿੱਚ ਹੈ। ਪਵਿੱਤਰ ਸ਼ਬਦ ਦਾ ਅਰਥ ਬਾਈਬਲ ਵਿੱਚ ਪਰਮੇਸ਼ਵਰ ਲਈ ਆਪਣੇ ਆਪ ਨੂੰ ਅੱਡ ਰੱਖਣਾ ਹੈ। ਪੌਲਸ ਪਹਿਲਾ ਤਿਮੋਥੀਅਸ 4 ਅਧਿਆਇ ਵਿੱਚ ਪਹਿਲੀ ਆਇਤ ਤੋਂ ਹੀ ਤਿਮੋਥੀਅਸ ਨੂੰ ਝੂਠੇ ਸਿੱਖਿਅਕਾਂ ਤੋਂ ਸਚੇਤ ਰਹਿਣ ਦੀ ਸਲਾਹ ਦਿੰਦਾ ਹੈ। ਅਜਿਹੇ ਲੋਕ ਸਿੱਖਿਆ ਵਿੱਚ ਮਿਲਾਵਟ ਕਰਕੇ ਆਪਣੇ ਜ਼ਮੀਰ ਨੂੰ ਮਾਰ ਦਿੰਦੇ ਹਨ। ਪੌਲਸ 4 ਅਧਿਆਇ ਉਸ ਦੀ 7 ਆਇਤ ਵਿੱਚ ਉਸ ਨੂੰ ਵਿਅਰਥ ਦੀਆਂ ਕਥਾ ਕਹਾਣੀਆਂ ਤੋਂ ਵੀ ਲਾਂਭੇ ਰਹਿਣ ਲਈ ਆਖਦਾ ਹੈ। ਅੱਜ ਬਹੁਤ ਸਾਰੇ ਸਿਖਾਉਣ ਵਾਲਿਆਂ ਦੀ ਭਰਮਾਰ ਦੇ ਕਾਰਨ ਧਰਮੀ ਅਤੇ ਪਵਿੱਤਰ ਸੰਦੇਸ਼ਾਂ ਨੂੰ ਚੁਣਨਾ ਕਈ ਵਾਰੀ ਔਖਾ ਹੁੰਦਾ ਹੈ। ਅਜਿਹੇ ਸੰਦੇਸ਼ ਜਿਹੜੇ ਵਚਨ ਵਿੱਚ ਮਿਲਾਵਟ ਕਰਦੇ ਹਨ, ਸਾਨੂੰ ਉਹਨਾਂ ਤੋਂ ਬਚਣਾ ਹੈ। ਜੇਕਰ ਅਸੀਂ ਪਵਿੱਤਰਤਾਈ ਵਿੱਚ ਬਣੇ ਰਹਿਣਾ ਹੈ ਤਾਂ ਸਾਨੂੰ ਵਚਨ ਦੀ ਖਰੀ ਸਿੱਖਿਆ ਉੱਤੇ ਧਿਆਨ ਕਰਨਾ ਬਹੁਤ ਜ਼ਰੂਰੀ ਹੈ। ਤਿਮੋਥੀਅਸ ਨੂੰ ਖਰੀ ਸਿੱਖਿਆ ਨੂੰ ਫੜੀ ਰੱਖਣ ਅਤੇ ਪ੍ਰਚਾਰ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਸੀ। ਜੇਕਰ ਅਸੀਂ ਵੀ ਆਪਣੇ ਆਪ ਨੂੰ ਪਵਿੱਤਰਤਾਈ ਵਿੱਚ ਬਣਾਈ ਰੱਖਣਾ ਹੈ ਤਾਂ ਸਾਨੂੰ ਪਰਮੇਸ਼ਵਰ ਦੇ ਵਚਨ ਵਿੱਚ ਮਿਲਾਵਟ ਵਾਲੇ ਸੰਦੇਸ਼ਾਂ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਹੈ। ਦੋਸਤੋ, ਜੇਕਰ ਅਸੀਂ ਪੌਲਸ ਦੁਆਰਾ ਤਿਮੋਥੀਅਸ ਨੂੰ ਦਿੱਤੀ ਇਸ ਸਲਾਹ ਦੀਆਂ 5 ਗੱਲਾਂ ਤੇ ਧਿਆਨ ਕਰਦੇ ਹਾਂ ਤਾਂ ਅਸੀਂ ਆਪਣੀ ਰਾਖੀ ਕਰਨ ਵਿੱਚ ਕਾਮਯਾਬ ਹੋਵਾਂਗੇ। ਆਪਣੀ ਅਤੇ ਆਪਣੀ ਸਿੱਖਿਆ ਦੀ ਰਾਖੀ ਅੱਜ ਸਾਡੇ ਲਈ ਅਤਿ ਜ਼ਰੂਰੀ ਹੈ ਜੇਕਰ ਅਸੀਂ ਪਰਮੇਸ਼ਵਰ ਦੇ ਸੱਚੇ, ਜਿਉਂਦੇ ਅਤੇ ਪਵਿੱਤਰ ਗਵਾਹ ਬਣਨਾ ਹੈ। ਜੇਕਰ ਅਸੀਂ ਝੂਠੀ ਸਿੱਖਿਆ ਤੋਂ ਬਚਣਾ ਹੈ ਤਾਂ ਪੌਲਸ ਦੀ ਤਿਮੋਥੀਅਸ ਨੂੰ ਅੱਗੇ ਦਿੱਤੀਆਂ ਹੋਰ ਸਲਾਹਾਂ ਤੇ ਵੀ ਗੌਰ ਕਰੀਏ ਤਾਂ ਅਸੀਂ ਆਪਣੀ ਸਿੱਖਿਆ ਦੀ ਵੀ ਰਾਖੀ ਕਰ ਸਕਦੇ ਹਾਂ। 13 ਆਇਤ ਵਿੱਚ ਪੌਲਸ ਆਖਦਾ ਹੈ ਕਿ ਜਦ ਤੀਕਰ ਮੈਂ ਨਾ ਆਵਾਂ ਤੂੰ ਪੜ੍ਹਾਈ ਕਰਨ, ਉਪਦੇਸ਼ ਕਰਨ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹੀਂ। ਪੜ੍ਹਾਈ ਕਰਨ ਲਈ ਸ਼ਬਦ ਦਾ ਅਰਥ ਇੱਥੇ ਜਨਤਕ ਤੌਰ ਤੇ ਪਵਿੱਤਰ ਸ਼ਾਸਤਰ ਦੀਆਂ ਲਿਖਤਾਂ ਨੂੰ ਪੜ੍ਹਨਾ ਸੀ। ਪਿਆਰਿਓ, ਜਿੰਨਾ ਜ਼ਿਆਦਾ ਅਸੀਂ ਪਵਿੱਤਰ ਸ਼ਾਸਤਰ ਦੀਆਂ ਲਿਖਤਾਂ ਨੂੰ ਖੁਦ ਪੜ੍ਹਦੇ ਹਾਂ ਤੇ ਦੂਜਿਆਂ ਨੂੰ ਦੱਸਦੇ ਹਾਂ, ਅਸੀਂ ਆਪਣੀ ਸਿੱਖਿਆ ਵਿੱਚ ਸਹੀ ਰਹਾਂਗੇ। ਅਸੀਂ ਕੁਝ ਵੀ ਆਪਣਾ ਜਾਂ ਕਿਸੇ ਵਿਅਕਤੀ ਦਾ ਸੰਦੇਸ਼ ਨਹੀਂ, ਪਰ ਜੋ ਪਵਿੱਤਰ ਸ਼ਾਸਤਰ ਦੀਆਂ ਲਿਖਤਾਂ ਦੱਸਦੀਆਂ ਹਨ ਉਸ ਨੂੰ ਪੜ੍ਹਦੇ ਅਤੇ ਸੁਣਾਉਂਦੇ ਹਾਂ। 14 ਆਇਤ ਵਿੱਚ ਪੌਲਸ ਆਖਦਾ ਹੈ ਕਿ ਤਿਮੋਥੀਅਸ ਉਸ ਦਾਤ ਦੀ ਬੇਪਰਵਾਹੀ ਨਾ ਕਰੇ ਜਿਹੜੀ ਬਜ਼ੁਰਗਾਂ ਦੇ ਹੱਥ ਰੱਖਣ ਨਾਲ ਉਸ ਨੂੰ ਮਿਲੀ ਸੀ। ਕਈ ਵਾਰੀ ਗਲਤ ਪ੍ਰਚਾਰਕਾਂ ਨੂੰ ਤੇਜ਼ੀ ਨਾਲ ਵੱਧਦੇ ਫੁੱਲਦੇ ਵੇਖ ਕੇ ਵਿਅਕਤੀ ਆਪਣੀ ਬੁਲਾਹਟ ਤੇ ਸ਼ੱਕ ਕਰਨ ਲੱਗ ਜਾਂਦਾ ਹੈ ਜਾਂ ਆਪਣੀ ਬੁਲਾਹਟ ਦੀ ਬੇਪਰਵਾਹੀ ਕਰਦਾ ਹੈ ਤੇ ਦੂਜੇ ਦੀ ਦਾਤ ਜਾਂ ਵਰਦਾਨ ਨੂੰ ਪਾਉਣ ਦੀ ਲਾਲਸਾ ਰੱਖਦਾ ਹੈ, ਜਿਸ ਵਿੱਚ ਕਈ ਵਾਰ ਉਹ ਗਲਤ ਪ੍ਰਚਾਰਕਾਂ ਦੇ ਨਾਲ ਸਮਝੌਤਾ ਕਰ ਬੈਠਦਾ ਹੈ। ਪੌਲਸ ਤਿਮੋਥੀਅਸ ਨੂੰ ਆਪਣੀ ਬੁਲਾਹਟ ਵਿੱਚ ਪੱਕਿਆਂ ਰਹਿਣ ਦਾ ਸੰਦੇਸ਼ ਦਿੰਦਾ ਹੈ। ਪ੍ਰਭੂ ਦੇ ਪਿਆਰਿਓ, ਮੈਂ ਸੋਚਦਾ ਹਾਂ ਕਿ ਜੇਕਰ ਅਸੀਂ ਪੌਲਸ ਦੀ ਇਸ ਸਲਾਹ ਉੱਤੇ ਗੌਰ ਕਰੀਏ ਅਤੇ ਮਨਨ ਕਰੀਏ ਤਾਂ ਅਸੀਂ ਖੁਦ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ ਸਕਦੇ ਹਾਂ ਅਤੇ ਫਿਰ ਅਸੀਂ ਖੁਦ ਨੂੰ ਅਤੇ ਨਾਲ ਹੀ ਆਪਣੇ ਸੁਣਨ ਵਾਲਿਆਂ ਨੂੰ ਵੀ ਬਚਾਵਾਂਗੇ। ਆਓ ਅਸੀਂ ਬਚਨ ਵਿੱਚ, ਚਾਲ ਚਲਨ ਵਿੱਚ, ਪਿਆਰ ਵਿੱਚ, ਨੇਚਾ ਵਿੱਚ ਅਤੇ ਪਵਿੱਤਰਤਾਈ ਵਿੱਚ ਨਮੂਨਾ ਬਣੀਏ ਅਤੇ ਲਿਖਤਾਂ ਨੂੰ ਪੜ੍ਹਨ ਵਿੱਚ ਲੱਗੇ ਰਹੀਏ ਅਤੇ ਜੋ ਦਾਤ ਜਾਂ ਵਰਦਾਨ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ ਉਸ ਦੀ ਕਦੇ ਵੀ ਬੇਪਰਵਾਹੀ ਨਾ ਕਰੀਏ, ਪਰ ਉਸ ਵਿੱਚ ਪੱਕਿਆਂ ਰਹੀਏ ਤਾਂ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਸੁਣਨ ਵਾਲਿਆਂ ਨੂੰ ਬਚਾਵਾਂਗੇ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ।